गुड मॉर्निंग स्टूडेंट्स। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਮੋਡਸ ਆਫ ਟਰਾਂਸਫਰ ਆਫ ਹੀਟ। ਮੋਡਸ ਦਾ ਮਤਲਬ ਹੈਗਾ ਕਿ ਕਿੰਨੇ ਤਰੀਕੇ ਹੈ ਜਿਨ੍ਹਾਂ ਨਾਲ ਜਿਹੜੀ ਹੀਟ ਹੈਗੀ ਹੈ ਟਰਾਂਸਫਰ ਹੁੰਦੀ ਹੈ ਫਰੋਮ ਵਨ ਪਾਰਟ ਆਫ ਦਾ ਬੋਡੀ ਟੂ ਅਨਦਰ ਪਾਰਟ ਆਫ ਦਾ ਬੋਡੀ ਔਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਉਹ ਤਰੀਕੇ ਆਪਾਂ ਇਸ ਵੀਡੀਓ ਦੇ ਵਿੱਚ ਤੁਸੀਂ ਪੜ੍ਹਨੇ ਹੈ। ਤੋ transfer means how heat flows from the body at higher temperature or from one part of the body to the another part of the body. This is known as transfer of heat. So heat flows in a definite ਸਾਨੂੰ ਪਤਾ ਹੈਗਾ ਕਿ ਜਿਹੜੀ ਹੀਟ ਹੈ ਇੱਕ particular direction ਦੇ ਵਿੱਚ ਹੀ flow ਕਰਦੀ ਹੈ ਔਰ ਉਹ ਕਿਸ ਤਰ੍ਹਾਂ flow ਕਰਦੀ ਹੈ from higher temperature to lower temperature of the body. ਹੁਣ ਅਸੀਂ ਤਰੀਕੇ ਦੇਖਨੇ ਆ ਕਿੰਨੇ ਵੇ ਹੈਗੇ ਆ ਹੀਟ ਟ੍ਰਾਂਸਫਰ होने दे। तो mainly there are three ways in which the heat is transferred. तो first is your conduction. Conduction ਦਾ ਕੀ ਮਤਲਬ ਹੈਗਾ means in this mode of transfer of heat is transferred from hot part of the body to the cold part of the body through the transfer of energy from one molecule to another molecule without the actual movement of the particle from their equilibrium position। यानी कि ਜਿਹੜੀ हीट ट्रांसफर हो रही है अगर ਸਾਡੇ ਕੋਲ कोई रॉड हैगी है ठीक है ਜਿਹੜੀ ਲਾਰਜ ਨੰਬਰ ਆਫ ਮੋਲੀਕਿਊਲਸ ਦੇ ਨਾਲ ਬਣੀ ਹੋਈ ਹੈਗੀ ਹੈ ਜਿਹੜੀ ਹੀਟ ਟ੍ਰਾਂਸਫਰ ਹੋ ਰਹੀ ਹੈਗੀ ਹੈ ਉਹ ਇੱਕ ਜਗ੍ਹਾ ਤੋਂ ਦੂਜੀ ਤੱਕ ਤਾਂ ਮੰਨ ਲਓ ਆ ਤੁਹਾਡਾ ਇੱਥੇ ਤੁਸੀਂ ਕੋਈ ਕੈਂਡਲ ਰੱਖ ਕੇ ਇਸ ਐਂਡ ਨੂੰ ਤੁਸੀਂ ਗਰਮ ਕਰਦੇ ਪਏ ਹੋ ਹੀਟ ਪ੍ਰੋਵਾਈਡ ਕਰਦੇ ਪਏ ਹੈਗੇ ਹੋ ਤਾਂ ਉਹਦੇ ਨਾਲ ਕੀ ਹੋਊਗਾ ਜਿਹੜਾ ਮੋਲੀਕਿਊਲ ਫਸਟ ਮੋਲੀਕਿਊਲ ਹੈਗਾ ਉਹ એનર્ਜੀ ਗੇਨ ਕਰ ਲੇਗਾ ਡਿਊ ਟੂ ਦਿਸ ਹੀਟ। એનર્ਜੀ ਗੇਨ ਕਰਨ ਨਾਲ ਕੀ ਹੋਏਗਾ ਉਹ ਮੋਲੀਕਿਊਲਸ ਦੀ ਵੈਲੋਸਿਟੀ ਕੀ ਹੋ ਜਾਏਗੀ ਇਨਕਰੀਜ਼ ਕਰ ਜਾਏਗੀ ਉਹ ਗ੍ਰੇਟਰ ਵੈਲੋਸਿਟੀ ਦੇ ਨਾਲ ਵਾਈਬ੍ਰੇਟ ਕਰਨਾ ਸ਼ੁਰੂ ਕਰ ਦੇਗਾ। ਜਦ ਇੱਕ ਮੋਲੀਕਿਊਲ ਸੋਲਿਡਸ ਦੇ ਵਿੱਚ ਮੋਲੀਕਿਊਲ ਜਿਹੜੇ ਹੈਗੇ ਆ ਕੰਪੈਕਟ ਫਾਰਮ ਦੇ ਵਿੱਚ ਪਏ ਹੁੰਦੇ ਆ ਜਦ ਇੱਕ ਮੋਲੀਕਿਊਲ ਗ੍ਰੇਟਰ ਵੈਲੋਸਿਟੀ ਨਾਲ ਵਾਈਬ੍ਰੇਟ ਕਰੇਗਾ ਤਾਂ ਉਹ ਆਪਣੀ ਜਗ੍ਹਾ ਤੋਂ ਥੋੜਾ ਦੂਰ ਜਾਏਗਾ ਉਹਦੇ ਨਾਲ ਕੀ ਹੋਏਗਾ ਉਸ ਨਾਲ ਵਾਲੇ ਮੋਲੀਕਿਊਲਸ ਨੂੰ ਸਟ੍ਰਾਈਕ ਕਰੇਗਾ। ਜਦੋਂ ਸਟ੍ਰਾਈਕ ਕਰੇਗਾ ਤਾਂ ਆਪਣੀ એનર્ਜੀ ਦੂਜੇ ਮੋਲੀਕਿਊਲ ਨੂੰ ਟ੍ਰਾਂਸਫਰ ਕਰ ਦੇਗਾ। ਤਾਂ ਹੁਣ ਇਸ ਮੋਲੀਕਿਊਲ ਦੀ એનર્ਜੀ ਜ਼ਿਆਦਾ ਹੋ ਗਈ ਜ਼ਿਆਦਾ ਹੋਣ ਨਾਲ ਇਹ ਮੋਲੀਕਿਊਲ ਵੀ ਵਾਈਬ੍ਰੇਟ ਕਰੂਗਾ ਇਹ ਵਾਈਬ੍ਰੇਟ ਕਰਕੇ ਉਹ ਤੋਂ ਅਗਲੇ ਮੋਲੀਕਿਊਲ ਨੂੰ ਸਟ੍ਰਾਈਕ ਕਰੇਗਾ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਮੋਲੀਕਿਊਲ ਆਪਣੇ ਨੈਕਸਟ ਮੋਲੀਕਿਊਲ ਨੂੰ એનર્ਜੀ ਪ੍ਰੋਵਾਈਡ ਕਰਨਾ ਸ਼ੁਰੂ ਕਰ ਦੇਗਾ ਔਰ ਐਂਡ ਤੇ ਧੀਰੇ ਹੌਲੀ ਐਂਡ ਵਾਲੇ ਮੋਲੀਕਿਊਲ ਦੇ ਵਿੱਚ એનર્ਜੀ ਤੁਹਾਡੀ ਪਹੁੰਚ ਜਾਏਗੀ। ਦਿਸ ਮੈਥਡ of transfer of heat from one end to the last end of the rod without the actual ਹੁਣ ਜਿਹੜਾ ਇਹ ਫਸਟ ਪਾਰਟੀਕਲ ਇਥੋਂ ਉੜ ਕੇ ਐਂਡ ਤੇ ਨਹੀਂ ਪਹੁੰਚ ਰਿਹਾ ਹੈਗਾ ਉਹ ਸਿਰਫ ਆਪਣੀ ਪੋਜੀਸ਼ਨ ਤੇ ਹੀ ਵਾਈਬ੍ਰੇਟ ਕਰ ਰਿਹਾ ਹੈ ਵਾਈਬ੍ਰੇਟ ਕਰਕੇ ਉਹ ਨੈਕਸਟ ਮੋਲੀਕਿਊਲ ਨੂੰ ਸਟ੍ਰਾਈਕ ਕਰਦਾ ਹੈ ਔਰ ਆਪਣੀ એનર્ਜੀ ਉਹਨੂੰ ਟ੍ਰਾਂਸਫਰ ਕਰ ਦਿੰਦਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਜਿਹੜਾ ਤੁਹਾਡੀ ਹੀਟ ਹੈ એનર્ਜੀ flow ਕਰਦੀ ਹੈ from one end of the rod to the second end of the rod। तो means actual movement नहीं हो रही है पार्टिकल एक जगह तो हिल के दूजी जगह ते जाके एनर्जी नहीं ट्रांसफर कर रहा है। तो this method is called conduction। अक्सर ये ਜਿਹੜਾ ਮੈਥਡ ਹੈਗਾ ਆਪਾਂ ਸੋਲਿਡਸ ਦੇ ਵਿੱਚ ਦੇਖਿਆ ਜਾਂਦਾ ਹੈ ਆ ਵੀ ਮੈਂ ਡਾਇਗਰਾਮ ਡਰਾ ਕੀਤੀ ਹੈ ਜਿਹਦੇ ਵਿੱਚ ਹੌਟ ਐਂਡ ਜਿਹੜਾ ਹੈਗਾ T1 ਟੈਂਪਰੇਚਰ ਤੇ ਹੈ ਤੇ ਦੂਜਾ ਐਂਡ ਜਿਹੜਾ ਹੈਗਾ T2 ਟੈਂਪ ਹੌਲੀ ਇੱਕਦਮ ਨਹੀਂ ਟ੍ਰਾਂਸਫਰ ਹੋ ਜਾਂਦੀ ਵੀ ਜਿਵੇਂ ਤੁਸੀਂ ਇੱਥੇ ਅੱਗ ਬਾਲੀ ਇਹ ਵਾਲੇ ਐਂਡ ਤੋਂ ਹੀਟ B ਐਂਡ ਤੇ ਪਹੁੰਚ ਨਹੀਂ ਹੌਲੀ ਡਿਊ ਟੂ ਦਾ ਸਟ੍ਰਾਈਕ ਆਫ ਵਨ ਮੋਲੀਕਿਊਲ ਵਿਦ ਦਾ ਨੈਕਸਟ ਮੋਲੀਕਿਊਲ ਔਰ ਜਿਸ ਤਰ੍ਹਾਂ ਉਹ ਸਟ੍ਰਾਈਕ ਕਰਦੇ ਜਾਂਦੇ ਆ ਆਪਣੀ એનર્ਜੀ ਉਸ ਦੂਜੇ ਮੋਲੀਕਿਊਲ ਨੂੰ ਟ੍ਰਾਂਸਫਰ ਕਰਦੇ ਜਾਂਦੇ ਆ। So क्यों होता है because molecule in solids are closely packed so they can't move from one position of the rod to the another position। ਉਹ ਇੱਕ ਜਗ੍ਹਾ ਤੋਂ ਉੜ ਕੇ ਦੂਜੀ ਜਗ੍ਹਾ ਜਾ ਕੇ એનર્ਜੀ ਨਹੀਂ ਟ੍ਰਾਂਸਫਰ ਕਰਦੇ ਉਹ ਸਿਰਫ ਆਪਣੀ ਉਸੇ ਪਲੇਸ ਦੇ ਉੱਤੇ ਰਹਿ ਕੇ એનર્ਜੀ ਨੂੰ ਦੂਜੇ ਮੋਲੀਕਿਊਲ ਨੂੰ ਸਟ੍ਰਾਈਕ ਕਰਕੇ ਟ੍ਰਾਂਸਫਰ करते हैं। So when molecule at A end of the rod absorbs heat energy its kinetic energy increase। जिस तरह ही वो heat absorb करता है तो की होता है ਉਹਦੀ kinetic energy increase कर जाती है। kinetic energy increase ਕਰਨ ਦਾ ਮਤਲਬ ਹੈਗਾ ਉਹ
ਗ੍ਰੇਟਰ ਵੈਲੋਸਿਟੀ ਦੇ ਨਾਲ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦਾ ਹੈ ਆਪਣੀ ਇਕੁਇਲਿਬਰੀਅਮ ਪੋਜੀਸ਼ਨਸ ਦੇ ਉੱਤੇ। ਉਹਦਾ ਐਂਪਲੀਟਿਊਡ ਵੱਧ ਜਾਂਦਾ ਹੈ। ਵਧਣ ਨਾਲ ਕੀ ਹੁੰਦਾ ਹੈਗਾ, ਆਪਣੇ ਨੇਬਰਿੰਗ ਮੋਲੀਕਿਊਲ ਨੂੰ ਸਟ੍ਰਾਈਕ ਕਰਦਾ ਹੈਗਾ ਤੇ ਆਪਣੀ એનર્ਜੀ ਉਹਨੂੰ ਟ੍ਰਾਂਸਫਰ ਕਰ ਦਿੰਦਾ ਹੈਗਾ। ਇਸ ਤਰ੍ਹਾਂ ਨੈਕਸਟ ਵਾਲਾ ਉਹਨੂੰ ਅਗਲੇ ਨੂੰ ਸਟ੍ਰਾਈਕ ਕਰੂਗਾ ਤੇ એનર્ਜੀ ਤੁਹਾਡੀ ਟ੍ਰਾਂਸਫਰ ਹੁੰਦੀ ਰਹੂਗੀ। ਇਨ ਦਿਸ ਵੇ ਦ ਹੀਟ ਇਜ਼ ਟ੍ਰਾਂਸਫਰਡ ਫਰੋਮ one molecule to the next molecule. The molecule which gain heat vibrate with large amplitude and transfer the heat to the next molecule by heating it. तो इस तरह ਜਿਹੜੀ ਹੈਗੀ ਹੈ ਤੁਹਾਡੀ ਹੀਟ ਇੱਕ ਪਾਰਟ ਤੋਂ ਦੂਸਰੇ ਪਾਰਟ ਤੱਕ ਟ੍ਰਾਂਸਫਰ ਹੁੰਦੀ ਹੈਗੀ ਹੈ। ਐਂਡ ਦਿਸ ਇਜ਼ ਵੈਰੀ ਸਲੋ ਪ੍ਰੋਸੈਸ। ਇੱਕਦਮ ਨਹੀਂ ਵੀ ਇੱਕ ਐਂਡ ਨੂੰ ਗਰਮ ਕਰੀਏ ਤੇ ਦੂਜੇ ਐਂਡ ਤੇ ਉਹ ਪਹੁੰਚ ਜਾਂਦੀ ਹੈ। ਇਹਦਾ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਜਿਵੇਂ ਵੀ ਆਪਾਂ ਕਿਚਨ ਦੇ ਵਿੱਚ ਖਾਣਾ ਬਣਾਉਂਦੇ ਆ, ਜਦ ਗੈਸ ਤੇ ਜਿਹੜਾ ਕੰਟੇਨਰ ਹੈ ਕੜਾਈ ਦੇ ਵਿੱਚ ਤੁਸੀਂ ਖਾਣਾ ਬਣਾਉਂਦੇ ਹੋ ਔਰ ਜਿਹੜੀ ਕੜਛੀ ਦੇ ਨਾਲ ਤੁਸੀਂ ਉਹਨੂੰ ਹਿਲਾਉਂਦੇ ਹੈਗੇ ਹੋ ਤਾਂ ਉਹ ਕੀ ਹੁੰਦਾ ਹੈਗਾ, ਕੜਛੀ ਦਾ ਜਿਹੜਾ ਐਂਡ ਵਾਲਾ ਪੋਰਸ਼ਨ ਹੈ ਜਿਹਦੇ ਨਾਲ ਤੁਸੀਂ ਫੜਦੇ ਹੋ ਉਹ ਇੱਕਦਮ ਗਰਮ ਨਹੀਂ ਹੁੰਦਾ। ਬਾਈ ਚਾਂਸ ਤੁਸੀਂ ਉਹ ਕੜਛੀ ਨੂੰ ਥੋੜੀ ਦੇਰ ਕੜਾਈ ਦੇ ਵਿੱਚ ਛੱਡ ਦੋ ਤਾਂ ਤੁਸੀਂ ਬਾਅਦ ਦੇ ਵਿੱਚ ਉਹਨੂੰ ਹੱਥ ਲਾਉਂਦੇ ਹੋ ਤੇ ਉਹ ਤੁਹਾਨੂੰ ਗਰਮ ਲੱਗਦਾ ਹੈ। ਤਾਂ ਜਦ ਪਹਿਲਾਂ ਤੁਸੀਂ ਉਹਨਾਂ ਨੂੰ ਹਿਲਾਉਣਾ ਸ਼ੁਰੂ ਕੀਤਾ ਸੀਗਾ ਉਦੋਂ ਉਹ ਗਰਮ ਨਹੀਂ ਸੀਗਾ। ਹੌਲੀ ਹੌਲੀ ਜਿਹੜੀ ਹੀਟ ਹੈਗੀ ਹੈ ਗੈਸ ਤੋਂ ਤੁਹਾਡੀ ਕੜਾਈ ਦੇ ਵਿੱਚੋਂ ਉਹ ਕੜਛੀ ਦੇ ਐਂਡ ਤੱਕ ਟ੍ਰਾਂਸਫਰ ਹੋਈ ਔਰ ਇਹ ਕਿਹੜੇ ਮੋਡ ਨਾਲ ਟ੍ਰਾਂਸਫਰ ਹੋਈ, ਥਰੂ ਕੰਡਕਸ਼ਨ ਮੋਡ ਆਫ ਹੀਟ। ਸੋ this process is a continuous till heat is transferred from hot end to cold end of the rod. ਇਹ process continue ਹੁੰਦਾ ਰਹੇਗਾ ਜਦ ਤੱਕ ਕਿ ਹੀਟ ਜਿਹੜੀ ਤੁਹਾਡੀ ਐਂਡ ਵਾਲੇ ਰੋਡ ਦੇ ਐਂਡ ਤੱਕ ਨਹੀਂ ਪਹੁੰਚਦੀ। ਸੋ ਮੇਨ ਪੁਆਇੰਟਸ ਆਰ that conduction is transfer of energy that take place by molecular impact. molecules ਦੇ ਆਪਸ ਦੇ ਵਿੱਚ ਟਕਰਾਨ ਕਰਕੇ ਜਿਹੜੀ એનર્ਜੀ ਟ੍ਰਾਂਸਫਰਡ ਹੁੰਦੀ ਹੈ that is known as conduction. Conduction can't take place in vacuum and conduction is a slow process of ट्रांसमिशन। ਤੇ ਜਿਹੜੇ ਪੁਆਇੰਟਸ ਹੈ ਤੁਹਾਡੇ ਕੰਡਕਸ਼ਨ ਦੇ ਉੱਤੇ ਇਹਦੇ ਐਗਜ਼ਾਮਪਲਸ ਹੈਗੀਆਂ ਹੀਟ ਫਲੋਸ ਇਨ ਸੋਲਡਿੰਗ ਆਇਰਨ। ਸੋਲਡਿੰਗ ਆਇਰਨ ਜਿਹੜਾ ਹੈਗਾ ਦੋ ਜਿਹੜੇ ਆਪਣੇ ਟਾਂਕੇ ਆਪਾਂ ਬਿਜਲੀ ਦੇ ਵਿੱਚ ਲਗਾਉਂਦੇ ਆ ਉਹਨਾਂ ਦੇ ਵਿੱਚ ਯੂਜ਼ ਹੁੰਦਾ ਹੈ, ਉਹਦੇ ਵਿੱਚ ਜਿਹੜੀ ਹੀਟ ਫਲੋ ਹੁੰਦੀ ਹੈ that is your conduction. ਇਲੈਕਟ੍ਰਿਕ ਆਇਰਨ ਆਪਾਂ ਪ੍ਰੈਸ ਕਰੀਦਾ ਕੱਪੜਿਆਂ ਨੂੰ ਉਹਦੇ ਵਿੱਚ ਜਿਹੜੀ ਹੀਟ ਫਲੋ ਹੁੰਦੀ ਹੈ that is also in the form of conduction. ਫਰਾਈ ਪੈਨ ਦਾ ਆਪਾਂ ਐਗਜ਼ਾਮਪਲ ਲਿੱਤਾ ਹੈਗਾ all these are the conduction mode. ਦੂਸਰਾ ਜਿਹੜਾ ਆਪਾਂ ਯੂਜ਼ ਕੀਤਾ ਹੈ ਲੇਜ਼ਰ ਕੂਲਿੰਗ ਦੇ ਵਿੱਚ, ਰੇਡੀਓ ਐਕਟਿਵ ਕੂਲਿੰਗ ਦੇ ਵਿੱਚ, ਉਹਦੇ ਵਿੱਚ ਵੀ ਜਿਹੜਾ ਕੰਡਕਸ਼ਨ ਮੋਡ ਯੂਜ਼ ਕੀਤਾ। ਮੋਸਟਲੀ ਇਨ ਮੈਡੀਕਲ ਟ੍ਰੀਟਮੈਂਟ ਆਪਾਂ ਫਿਜ਼ੀਓਥੈਰੇਪੀ ਲੈਂਦੇ ਆ ਜਿਹਦੇ ਵਿੱਚ ਸਾਨੂੰ ਹੀਟ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ ਔਰ ਉਹ ਕਿਹੜਾ ਮੋਡ ਹੈਗਾ ਤੁਹਾਡਾ, ਉਹ ਵੀ ਤੁਹਾਡਾ ਕੰਡਕਸ਼ਨ ਮੋਡ ਹੈਗਾ। ਮੋਰਓਵਰ ਜਿਹੜੇ ਕਾਰ ਦੇ ਵਿੱਚ ਇੰਜਨ ਦੇ ਹੁੰਦੇ ਹੈਗੇ ਆ, ਜਦ ਆਪਾਂ ਇੰਜਨ ਨੂੰ ਗਰਮ ਔਨ ਕਰੀਦਾ ਹੈਗਾ ਤੇ ਜਿਹੜਾ ਉਹਦਾ ਹੁੱਡ ਹੈਗਾ ਉਹ ਗਰਮ ਹੋ ਜਾਂਦਾ ਹੈਗਾ, ਉਹ ਕਾਹਦੇ ਕਰਕੇ ਹੁੰਦਾ ਹੈ that is the conduction of heat from engine to the hood. तो ये सारे methods ਹੈਗੇ ਆ ਜਾਂ ਐਪਲੀਕੇਸ਼ਨਸ ਹੈ ਜਿਹਦੇ ਵਿੱਚ ਜਿਹੜੀ ਹੀਟ ਜਿਹੜਾ ਫਲੋ ਕਰਦੀ ਹੈ ਉਹ ਕਿਹੜੇ ਮੋਡ ਨਾਲ ਕਰਦੀ ਹੈ, ਕੰਡਕਸ਼ਨ। ਇਹ ਫਿਊ ਐਗਜ਼ਾਮਪਲਸ ਹੈਗੇ ਆ ਜਿਹੜੀ ਅੱਗ ਤੋਂ ਫਲੇਮ ਤੋਂ ਜਿਹੜਾ ਕੜਾਈ ਦੇ ਵਿੱਚ ਤੁਹਾਡਾ ਇਹ ਟ੍ਰਾਂਸਫਰ ਹੋ ਰਹੀ ਹੈ that is through conduction mode. ਇੱਥੇ ਜਿਵੇਂ ਆ ਪਾਣੀ ਬੋਇਲ ਹੋ ਰਿਹਾ that is also a conduction mode and air press lady press ਕਰ ਰਹੀ ਹੈਗੀ ਹੈ that is also a conduction mode of transfer of heat. ਦੂਜਾ ਸਾਡਾ ਹੈਗਾ ਕਨਵੈਕਸ਼ਨ। ਕਨਵੈਕਸ਼ਨ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਹੀਟ ਟ੍ਰਾਂਸਫਰ ਹੁੰਦੀ ਹੈ from one part of the liquid to the another part of by actual movement of the molecules. ਇਹਦੇ ਵਿੱਚ ਕੀ ਹੁੰਦੇ molecules ਅਸਲੀ ਦੇ ਵਿੱਚ ਮੂਵ ਕਰਦੇ ਆ from one position to the another position ਔਰ ਉਹ ਆਪਣੇ ਨਾਲ ਹੀਟ ਲੈ ਕੇ ਜਾਂਦੇ ਹੈਗੇ ਆ। ਤਾਂ this is the method of transfer of heat is known as convection. तो मेन डिफरेंस की हैगा कंडक्शन दे विच मॉलिक्यूल्स अपनी पोजीशन दे उत्ते रहकर हीट ट्रांसफर करते हैं बाय इंपैक्ट एंड कन्वैक्शन दे विच की है ਜਿਹੜੇ ਮੋਲੀਕਿਊਲਸ ਹੈ ਐਕਚੁਅਲੀ ਮੂਵ ਕਰਕੇ ਹੀਟ ਟ੍ਰਾਂਸਫਰ ਕਰਦੇ हैं। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦੇ ਵਿੱਚ ਲਿੱਤਾ ਹੈਗਾ ਇੱਥੇ ਵਿੱਚ ਦੇਖੋ ਤੁਸੀਂ ਪਾਣੀ ਬੋਇਲ ਕਰ ਰਿਹਾ ਬਬਲਸ ਉੱਪਰ ਦੀ ਤਰਫ ਆ ਰਹੇ ਦਿਸ ਇਜ਼ योर ਕਨਵੈਕਸ਼ਨ।
ठीक है बच्चों, तो लिक्विड दे विच ज़्यादा हुंदा हैगा, कन्वैक्शन कंडक्शन दे विच जिहड़ा हैगा कन्वैक्शन नहीं हुंदा। ते इहदा एग्जाम्पल बहुत अच्छा हैगा, जद भी ਆਪਾਂ किसी कंटेनर ਦੇ ਅੰਦਰ ਲਿਕਵਿਡ ਪਾਉਂਦੇ ਹੈਗੇ ਆ ਔਰ ਉਹਨੂੰ ਗਰਮ ਕਰਦੇ ਆ ਤਾਂ ਤੁਸੀਂ ਦੇਖਦੇ ਹੋ ਕਿ ਪਾਣੀ ਜਿਹੜਾ ਹੈਗਾ ਬੋਇਲ ਕਰਦਾ ਹੈਗਾ। ਆਮ ਸਾਰੇ ਜਣੇ ਆਪਾਂ ਜਦ ਚਾਹ ਬਣਾਉਂਦੇ ਹੈਗੇ ਆ ਤਾਂ ਕੀ ਹੁੰਦਾ, ਜਦ ਆਪਾਂ ਕੰਟੇਨਰ ਦੇ ਵਿੱਚ ਪਾਣੀ ਪਾ ਕੇ ਗੈਸ ਦੇ ਉੱਤੇ ਰੱਖੀਦਾ ਹੈਗਾ ਤੇ ਉਸ ਟਾਈਮ ਤਾਂ ਉਹ ਪਾਣੀ ਸਾਰਾ ਠੰਡਾ ਹੁੰਦਾ ਹੈਗਾ, ਠੀਕ ਹੈ। ਹੌਲੀ ਹੌਲੀ ਕੀ ਹੁੰਦਾ ਹੈ, ਜਿਹੜਾ ਉਹਦਾ ਬੇਸ ਹੈ ਉੱਥੋਂ ਤੁਹਾਡਾ ਬਬਲਸ ਜਿਹੜੇ ਹੈਗੇ ਆ ਉੱਪਰ ਨੂੰ ਆਣੇ ਸ਼ੁਰੂ ਕਰ ਦਿੰਦੇ ਹੈ। ਇਹ ਜਿਹੜੇ ਬਬਲਸ ਉੱਪਰ ਨੂੰ ਆਉਂਦੇ ਕਿਉਂ ਉੱਪਰ ਨੂੰ ਆਉਂਦੇ, ਕਿਉਂਕਿ ਇਹਨਾਂ ਦੀ ਡੈਂਸਿਟੀ ਜਿਹੜੀ ਹੁੰਦੀ ਹੈਗੀ ਹੈ ਉਹ ਲੋ ਹੁੰਦੀ ਹੈ, ਘਟਦੀ ਹੈ, ਹਲਕੇ ਹੋ ਜਾਂਦੇ, ਹਲਕੇ ਹੋਣ ਕਰਕੇ ਉਹ ਉੱਪਰ ਨੂੰ ਜਾਣਾ ਸ਼ੁਰੂ ਕਰ ਦਿੰਦੇ ਹੈ। ਔਰ ਜਿਹੜੇ ਹੈਵੀ ਲਿਕਵਿਡ ਹੈਗਾ ਪਾਣੀ ਹੈਗਾ ਉਹ ਇਹਨਾਂ ਦੀ ਜਗ੍ਹਾ ਲੈਣੀ ਸ਼ੁਰੂ ਕਰ ਦਿੰਦਾ, ਕਿਉਂਕਿ ਜਿਹੜੀ ਜਿਨ੍ਹਾਂ ਦੀ ਡੈਂਸਿਟੀ ਜ਼ਿਆਦਾ ਹੁੰਦੀ ਹੈ ਉਹ ਥੱਲੇ ਨੂੰ ਆਣਾ ਸ਼ੁਰੂ ਹੋ ਜਾਣਗੇ, ਜਿਨ੍ਹਾਂ ਦੀ ਡੈਂਸਿਟੀ ਘੱਟ ਹੈਗੀ ਆ ਉਹ ਉੱਪਰ ਨੂੰ ਜਾਣਾ ਸ਼ੁਰੂ ਕਰ ਦੋਗੇ। ਔਰ ਥੋੜੀ ਦੇਰ ਬਾਅਦ ਤੁਸੀਂ ਦੇਖਦੇ ਹੋ ਕਿ ਸਾਰਾ ਪਾਣੀ ਤੁਹਾਡਾ ਬੋਇਲ ਕਰਨਾ ਸ਼ੁਰੂ ਹੋ ਜਾਂਦਾ ਹੈ। ਮੀਨਸ ਜਿਹੜੀ ਫਲੇਮ ਤੋਂ એનર્ਜੀ ਟ੍ਰਾਂਸਫਰ ਹੋਈ ਇਸ ਮੋਲੀਕਿਊਲ ਨੂੰ, ਇਹ ਮੋਲੀਕਿਊਲ ਦੀ ਡੈਂਸਿਟੀ ਘੱਟ ਹੋਣ ਕਰਕੇ ਉੱਪਰ ਚਲਾ ਗਿਆ ਤੇ ਜਿਹੜੀ ਇਹਦੀ ਜਗ੍ਹਾ ਖਾਲੀ ਹੋ ਗਈ ਹੈ ਉਹ ਠੰਡੇ ਪਾਣੀ ਨੇ ਲੈ ਲਈ ਹੈਗੀ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਸਰਕਲ ਦੀ ਫਾਰਮ, ਕਨਵੈਕਸ਼ਨ ਕਰੰਟ ਦੀ ਫਾਰਮ ਦੇ ਵਿੱਚ ਜਿਹੜੀ ਹੀਟ ਹੈਗੀ ਹੈ ਤੁਹਾਡੀ ਟ੍ਰਾਂਸਫਰ ਹੋ ਰਹੀ ਹੈ ਫਰੋਮ ਲੋਅਰ ਐਂਡ ਟੂ ਦਾ ਅਪਰ एंड। तो दिस ਇਹਦੇ ਵਿੱਚ ਦੇਖੋ ਬਬਲਸ ਜਿਹੜੇ एक्चुअली मूव कर रहे हैं from lower to upper। तो this type of motion or way of transfer of heat is called convection। ਤੇ ਇਹਦੇ ਵਿੱਚ explain ਕੀਤਾ ਹੋਇਆ ਹੈ ਕਿ ਜਿਹੜੇ ਮੋਲੀਕਿਊਲਸ ਨੀਅਰ ਟੂ ਦਾ ਫਲੇਮ ਹੈ ਉਹ ਪਹਿਲਾਂ ਗਰਮ ਹੁੰਦੇ ਹੈਗੇ ਆ, ਫਿਰ ਉਹ ਰਾਈਜ਼ ਉੱਪਰ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਜਿਹੜੇ ਕੋਲਡ ਮੋਲੀਕਿਊਲਸ ਹੁੰਦੇ ਔਨ ਦਾ ਟੌਪ ਉਹ ਨੀਚੇ ਆ ਕੇ ਉਹਨਾਂ ਦੀ ਜਗ੍ਹਾ ਲੈ ਲੈਂਦੇ। ਇਸ ਤਰ੍ਹਾਂ ਇੱਕ ਕਰੰਟ ਲੂਪ ਬਣ ਜਾਂਦਾ ਹੈ ਕਿ ਲਾਈਟ ਉੱਪਰ ਜਾਣਗੇ ਤੇ ਉੱਪਰ ਵਾਲੇ ਠੰਡੇ ਮੋਲੀਕਿਊਲਸ ਥੱਲੇ ਆਣਗੇ। ਇਸ ਤਰ੍ਹਾਂ ਜਿਹੜਾ ਤੁਹਾਡਾ ਇੱਕ ਲੂਪ ਬਣ ਜਾਂਦਾ ਹੈ, ਕਰੰਟ ਫਲੋ ਕਰਨਾ ਸ਼ੁਰੂ ਕਰ ਜਾਂਦਾ ਹੈ। ਦਿਸ ਇਜ਼ ਯੋਰ ਕਨਵੈਕਸ਼ਨ ਮੋਡ ਆਫ ट्रांसफर ऑफ हीट। ਤੇ ਇਹਦੇ ਐਗਜ਼ਾਮਪਲ ਹੈਗੇ ਆ ਜਿਹੜੇ ਏਸੀ ਔਰ ਫੈਨਸ ਜਿਹੜੇ ਹੁੰਦੇ ਆ ਕੂਲ ਯੂਜ਼ ਰੂਮ ਨੂੰ ਠੰਡਾ ਕਰਨ ਵਾਸਤੇ ਯੂਜ਼ ਹੁੰਦੇ ਆ, ਉਹ ਕਨਵੈਕਸ਼ਨ ਦੀ ਤਰ੍ਹਾਂ ਯੂਜ਼ ਹੁੰਦੇ ਆ। ਰੇਡੀਏਟਰਸ ਜਿਹੜੇ ਹੈਗੇ ਆ ਸਾਡੇ ਹੀਟਿੰਗ ਰੂਮਸ ਨੂੰ ਗਰਮ ਕਰਨ ਵਾਸਤੇ ਆਪਾਂ ਹੀਟਰ ਯੂਜ਼ ਕਰਦੇ ਆ, ਦੇ ਆਲਸੋ ਯੂਜ਼ ਦ ਪ੍ਰੋਸੈਸ ਆਫ ਕਨਵੈਕਸ਼ਨ। ਤਾਂ ਫਿਰ ਉਹ ਤੋਂ ਬਾਅਦ ਵੈਂਟੀਲੇਟਰਸ ਜਿਹੜੇ ਹੁੰਦੇ ਆ ਦੇ ਆਰ ਆਲਸੋ ਯੂਜ਼ਡ ਇਨ ਦ ਰੂਮ ਟੂ ਹੈਲਪ the hot air to escape from the room। ਗਰਮੀਆਂ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਹਵਾ ਗਰਮ ਹੋ ਜਾਂਦੀ ਹੈਗੀ ਹੈ ਉਹ ਉੱਪਰ ਨੂੰ ਜਾਣਾ ਸ਼ੁਰੂ ਕਰ ਦਿੰਦੀ ਹੈਗੀ ਹੈ ਔਰ ਉਹ ਵੈਂਟੀਲੇਟਰਸ ਤੋਂ ਰੋਸ਼ਨਦਾਨਾਂ ਤੋਂ ਬਾਹਰ ਨਿਕਲ ਜਾਂਦੀ ਹੈ। ਤਾਂ ਜਿਹੜੀ ਠੰਡੀ ਹਵਾ ਹੈਗੀ ਹੈ ਉਹ ਤੁਹਾਡੀ ਡੋਰਸ ਤੋਂ ਔਰ ਵਿੰਡੋਜ਼ ਤੋਂ ਕਮਰੇ ਦੇ ਅੰਦਰ ਆ ਜਾਂਦੀ ਹੈਗੀ ਹੈ। ਤੇ ਇਸ ਤਰ੍ਹਾਂ ਜਿਹੜਾ ਹੈਗਾ ਹੈ ਕਨਵੈਕਸ਼ਨ ਦੇ ਵੇ ਨਾਲ ਤੁਹਾਡੀ ਜਿਹੜੀ ਅਨਫਲੋ ਹੋ ਰਿਹਾ ਹੈਗਾ ਹੈ ਟੈਂਪਰੇਚਰ ਦਾ ਰੂਮ ਦੇ ਵਿੱਚ ਰਹਿੰਦਾ ਹੈਗਾ। ਫਿਰ ਤੁਹਾਡਾ ਰੇਡੀਏਟਰਸ ਯੂਜ਼ਡ ਇਨ ਵਹੀਕਲਸ ਵੀ ਜਿਹੜਾ ਹੈਗਾ ਮੈਥਡ ਕਨਵੈਕਸ਼ਨਸ ਦੇ ਨਾਲ ਯੂਜ਼ ਕਰਦੇ ਆ। ਰੈਫਰੀਜਰੇਟਰਸ ਦੇ ਵਿੱਚ ਜਿਹੜੀ ਆਪਣੀ ਠੰਡਕ ਹੁੰਦੀ ਹੈ ਉਹਦੇ ਵਿੱਚ ਕੀ ਹੁੰਦੇ, ਜਿਹੜੀ ਕੂਲਿੰਗ ਏਅਰ ਹੈਗੀ ਹੈ ਉਹ ਕਨਵੈਕਸ਼ਨ ਦੇ ਮੈਥਡ ਦੇ ਨਾਲ ਨੀਚੇ ਦੀ ਤਰਫ ਰਹਿੰਦੀ ਹੈ, ਜਿਹਦੇ ਨਾਲ ਸਾਡਾ ਰੈਫਰੀਜਰੇਟਰ ਜਿਹੜਾ ਹੈਗਾ ਠੰਡਾ ਜਿਹੜਾ ਅੰਦਰ ਹੈਗਾ ਉਹ ਠੰਡਕ ਪ੍ਰੋਵਾਈਡ ਕਰਦਾ ਹੈਗਾ। ਹੇਅਰ ਡਰਾਇਰਸ ਦੇ ਵਿੱਚ ਵੀ ਜਿਹੜਾ ਹੈਗਾ ਓਸ਼ਨ ਕਰੰਟਸ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਹੈਗਾ ਪ੍ਰੋਸੈਸ ਆਫ ਕਨਵੈਕਸ਼ਨ ਯੂਜ਼ ਕੀਤਾ ਜਾਂਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਕਨਵੈਕਸ਼ਨ ਹੈਗਾ ਸੋਲਿਡਸ ਦੇ ਵਿੱਚ ਨਹੀਂ ਹੁੰਦਾ ਹੈਗਾ, ਦੇ ਆਰ ਦਾ ਵਰਸਟ ਕਨਵੈਕਟਰ। ਸੋਲਿਡਸ ਦੇ ਵਿੱਚ ਜਿਹੜੀ ਹੈਗੀ ਹੈ ਹੀਟ ਟ੍ਰਾਂਸਫਰ ਸਿਰਫ ਕੰਡਕਸ਼ਨ ਮੋਡ ਦੇ ਨਾਲ ਹੁੰਦੀ ਹੈ। ਲਿਕਵਿਡ ਤੇ ਗੈਸਿਸ ਦੇ ਵਿੱਚ ਜਿਹੜੀ ਹੀਟ ਟ੍ਰਾਂਸਫਰ ਹੈਗੀ ਹੈ ਉਹ ਤੁਹਾਡੀ ਕਨਵੈਕਸ਼ਨ ਮੋਡ ਦੇ ਨਾਲ ਹੁੰਦੀ ਹੈਗੀ। ਕਿਉਂ ਨਹੀਂ ਹੁੰਦੀ ਸੋਲਿਡਸ ਦੇ ਵਿੱਚ? ਕਿਉਂਕਿ ਜਿਹੜੇ ਸੋਲਿਡਸ ਦੇ ਮੋਲੀਕਿਊਲਸ ਹੁੰਦੇ ਆ ਉਹ ਕਲੋਜ਼ਲੀ ਪੈਕਡ ਹੁੰਦੇ ਆ। ਫਿਰ ਸਾਡੇ ਕੋਲ ਹੁੰਦਾ ਲਾਸਟ ਵੇ ਆਫ ਟ੍ਰਾਂਸਫਰ ਆਫ ਹੀਟ ਇਜ਼ ਰੇਡੀਏਸ਼ਨ। ਰੇਡੀਏਸ਼ਨ ਉਹ ਮੈਥਡ ਹੈਗਾ ਟ੍ਰਾਂਸਫਰ ਆਫ ਹੀਟ ਦਾ ਜਿਹਦੇ ਵਿੱਚ ਜਿਹੜੀ ਹੀਟ ਵੇਵਸ ਹੈਗੀਆਂ ਇਨ ਦਾ ਫਾਰਮ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਉਹ ਜਿਹੜੀ ਹੈ ਹੀਟ એનર્ਜੀ ਟ੍ਰਾਂਸਫਰ ਕਰਦੀਆਂ ਔਰ ਇਹ ਹੀਟ ਵੇਵਸ ਨੂੰ ਕੋਈ ਮੀਡੀਅਮ ਨਹੀਂ ਚਾਹੀਦਾ ਹੈਗਾ ਟ੍ਰਾਂਸਫਰ ਹੋਣ ਵਾਸਤੇ। No medium is required for their propagation। ਜਿਸ ਤਰ੍ਹਾਂ ਜਿਹੜਾ ਸਨ ਤੋਂ ਟੈਂਪਰੇਚਰ ਜਿਹੜਾ ਹੈਗਾ ਹੈ ਜਿਹੜਾ
ਸਨ ਤੋਂ ਸਾਨੂੰ ਹੀਟ ਮਿਲਦੀ ਹੈਗੀ ਹੈ, ਸਾਡੀ ਬੋਡੀ ਤੱਕ ਪਹੁੰਚਦੀ ਹੈਗੀ ਹੈ, ਉਹ ਕਿਹੜੇ ਵੇ ਨਾਲ ਪਹੁੰਚਦੀ ਹੈਗੀ ਹੈ? ਥਰੂ ਰੇਡੀਏਸ਼ਨ। ਤਾਂ ਰੇਡੀਏਸ਼ਨ ਜਿਹੜੇ ਹੈਗੇ ਆ ਦੇ ਟਰੈਵਲ ਵਿਦ ਦ ਸਪੀਡ ਆਫ ਲਾਈਟ ਇਨ ਅ ਸਟ੍ਰੇਟ ਲਾਈਨ। ਤੁਸੀਂ ਦੇਖਿਆ ਹੋਣਾ ਕਿ ਜਿਹੜਾ ਵੀ ਮੀਡੀਅਮ ਦੇ ਜੋ ਵੀ ਸਰਾਊਂਡਿੰਗ ਹੁੰਦੀ ਹੈ ਉਹ ਇੰਨੀ ਗਰਮ ਨਹੀਂ ਹੁੰਦੀ ਹੈਗੀ ਹੈ। ਸਨ ਦੀ ਜਿਹੜੀ ਡਾਇਰੈਕਟ ਹੀਟ ਸਾਡੀ ਬੋਡੀ ਨੂੰ ਜ਼ਿਆਦਾ ਲੱਗਦੀ ਹੈ ਐਜ਼ ਕੰਪੇਅਰ ਟੂ ਦਾ ਸਰਾਊਂਡਿੰਗਸ। ਆਪਾਂ ਅਗਰ ਕਿਸੇ ਕੋਈ ਵੀ ਚੀਜ਼ ਦੇ ਉੱਤੇ ਬੈਠੀਏ, ਮੰਨ ਲਓ ਆਪਾਂ ਕੁਰਸੀ ਦੇ ਉੱਤੇ ਵੀ ਬੈਠੀਏ, ਕੁਰਸੀ ਤੁਹਾਡੀ ਇੰਨੀ ਗਰਮ ਜਾਂ ਟੇਬਲ ਤੁਹਾਡਾ ਇੰਨਾ ਗਰਮ ਨਹੀਂ ਹੋਏਗਾ ਜਿੰਨੀ ਕਿ ਤੁਹਾਡੀ ਬੋਡੀ ਨੂੰ ਉਹ ਸਨ ਦੀ ਰੇਸ ਜਿਹੜੀਆਂ ਹੈਗੀਆਂ ਤਿੱਖੀ ਲੱਗਣਗੀਆਂ। ਤਾਂ ਸਨ ਦੀਆਂ ਜਿਹੜੀਆਂ ਇਹ ਮੋਡ ਹੈਗਾ ਰੇਡੀਏਸ਼ਨ ਦਾ ਉਹ ਉਸ ਮੀਡੀਅਮ ਨੂੰ ਨਹੀਂ ਅਫੈਕਟ ਕਰਦਾ ਜਿੰਨਾ ਕਿ ਉਹ ਤੁਹਾਡੀ ਬੋਡੀ ਨੂੰ ਇਫੈਕਟ ਕਰਦਾ ਹੈ। So examples are when we stand in sun we feel warm whereas air surrounding us remains cold, or when we sit near an open fire we feel warm due to the heat radiation from the air। ਜਦ ਵੀ ਸਰਦੀਆਂ ਦੇ ਵਿੱਚ ਅਸੀਂ ਅੱਗ ਬਾਲ ਕੇ ਬੈਠਦੇ ਹੈਗੇ ਆ ਤਾਂ ਅੱਗ ਦਾ ਜਿਹੜਾ ਉਹ ਹੀਟ ਹੈਗੀ ਹੈ ਸਾਡੀ ਬੋਡੀ ਤੱਕ ਜਿਹੜੀ ਟ੍ਰਾਂਸਫਰ ਹੋ ਰਹੀ ਹੈ ਉਹ ਕਿਹੜੇ ਮੋਡ ਨਾਲ ਹੋ ਰਹੀ ਹੈਗੀ ਹੈ? ਥਰੂ ਦਾ ਰੇਡੀਏਸ਼ਨ ਮੋਡ। ਇਸੀ ਦੀ ਤਰ੍ਹਾਂ ਜਿਹੜਾ ਇਲੈਕਟ੍ਰਿਕ ਬਲਬ ਹੈ ਜਦੋਂ ਜਲਦਾ ਹੈਗਾ ਤਾਂ ਜਦ ਤੁਸੀਂ ਉਹਨੂੰ ਹੱਥ ਲਾਓਗੇ ਜਾਂ ਉਹਦੇ ਨਜ਼ਦੀਕ ਰੱਖੋਗੇ ਆਪਣਾ ਹੱਥ ਤੇ ਤੁਹਾਨੂੰ ਉਹ ਗਰਮੈਸ਼ ਫੀਲ ਕਰੇਗਾ। ਤਾਂ ਕਿਉਂ ਹੋਏਗਾ? ਡਿਊ ਟੂ ਦਾ ਰੇਡੀਏਸ਼ਨ ਅਮਿਟਡ ਬਾਈ ਦਾ ਲਾਈਟ। ਮੋਰਓਵਰ ਅੱਜ ਕੱਲ ਆਪਾਂ ਸਾਰੇ ਮੋਬਾਈਲ ਯੂਜ਼ ਕਰਦੇ ਆ, ਸਾਨੂੰ ਦਿਖਾਈ ਨਹੀਂ ਦਿੰਦਾ ਪਰ ਮੋਬਾਈਲ ਵੀ ਰੇਡੀਏਸ਼ਨਸ ਪ੍ਰੋਡਿਊਸ ਕਰਦਾ ਹੈਗਾ। ਤੋ ਦੈਟ ਰੇਡੀਏਸ਼ਨਸ ਆਰ ਇਨਵਿਜ਼ੀਬਲ, ਉਹ ਸਾਨੂੰ ਦਿਖਦੀਆਂ ਨਹੀਂ ਆ, ਉਹਨਾਂ ਦੀ ਗਰਮੈਸ਼ ਵੀ ਸਾਨੂੰ ਫੀਲ ਨਹੀਂ ਹੁੰਦੀ ਹੈਗੀ ਹੈ। ਸੋ ਆਲ ਬੋਡੀਜ਼ ਅਮਿਟ ਰੇਡੀਏਸ਼ਨ ਐਟ ਆਲ ਟੈਂਪਰੇਚਰ। ਸਾਰੀ ਬੋਡੀਜ਼ ਜਿਹੜੀਆਂ ਹੈਗੀਆਂ ਰੇਡੀਏਸ਼ਨ ਅਮਿਟ ਕਰਦੀਆਂ, ਈਵਨ ਕਿ ਪੈਨ, ਕਾਗਜ਼, ਪੈਨਸਿਲ ਜੋ ਕੁਝ ਵੀ ਆਪਾਂ ਦੇਖਦੇ ਹਾਂ ਸਾਰੀ ਬੋਡੀਜ਼ ਜਿਹੜੀਆਂ ਹੈਗੀਆਂ ਅਮਿਟ ਰੇਡੀਏਸ਼ਨਸ ਕਰਦੀਆਂ ਹੈਗੀਆਂ। ਪਰ all bodies also absorbs heat radiation falling on it at all temperature, और सारी bodies ਜਿਹੜੀਆਂ ਹੈਗੀਆਂ heat radiations ਨੂੰ absorb ਵੀ ਕਰਦੀਆਂ ਹੈਗੀਆਂ। ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਹੀਟ ਉਹਨੇ emit ਕਰਨੀ ਹੈ ਜਾਂ absorb ਕਰਨੀ ਹੈ? it depends upon the temperature, moreover on the property of the ਮਟੀਰੀਅਲ। ਸੋ ਆਪਾਂ ਜਿਹੜਾ ਪੜ੍ਹਿਆ ਹੈਗਾ ਹੈ 3 ਮੋਡਸ ਆਫ ਟਰਾਂਸਫਰ ਆਫ ਹੀਟ, ਮੈਂ ਇੱਕ ਕਾਮਨ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ। ਜਿਵੇਂ ਆਪਾਂ ਅੱਗ ਬਾਲਦੇ ਹੈਗੇ ਆ, ਅੱਗ ਦਾ ਜਿਹੜਾ ਸੇਕ ਸਾਡੇ ਹੱਥਾਂ ਤੱਕ ਪਹੁੰਚਦਾ ਪਿਆ ਹੈਗਾ ਹੈ, ਠੀਕ ਹੈ, ਇਨ ਦਾ ਫਾਰਮ ਆਫ ਹੌਟ 에ਅਰ, ਦੈਟ ਇਜ਼ ਦਾ ਕਨਵੈਕਸ਼ਨ ਮੋਡ। ਔਰ ਅਗਰ ਆਪਾਂ ਕੋਈ ਇੱਥੇ ਡੰਡਾ ਜਾਂ ਰੋਡ ਰੱਖਦੇ ਆ, ਇਹਨੂੰ ਜਿਹੜਾ ਇਹਦਾ ਐਂਡ ਹੈਗਾ ਹੈ ਤੁਹਾਡੀ ਫਾਇਰ ਦੇ ਨਾਲ ਗਰਮ ਹੁੰਦਾ ਹੈ ਔਰ ਧੀਰੇ ਧੀਰੇ ਜਿਹੜੀ ਹੀਟ ਹੈਗੀ ਹੈ ਤੁਹਾਡੇ ਇਸ ਐਂਡ ਤੱਕ ਪਹੁੰਚਦੀ ਹੈ, that is your convection mode of heat। ਤੇ ਜਿਸ ਤਰ੍ਹਾਂ ਆਪਾਂ ਹੱਥ ਸੇਕਦੇ ਪਏ ਹੈਗੇ ਆ, ਠੀਕ ਹੈ, this mode is your radiation mode of transfer of heat। So this is how the heat is transferred in 3 ways: conduction, convection and radiation। ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਇਹ ਕਲੀਅਰ ਹੋ ਗਿਆ ਹੋਣਾ ਮੋਡਸ ਆਫ ਟਰਾਂਸਫਰ ਆਫ ਹੀਟ। ਔਰ ਇਹ ਤਿੰਨੋਂ ਚੀਜ਼ਾਂ ਜਿਹੜੇ ਮੋਡਸ ਹੈ ਇਹ ਬਹੁਤ ਇੰਪੋਰਟੈਂਟ ਹੈਗੇ ਆ ਜੋ ਤੁਹਾਡੇ ਪੇਪਰ ਦੇ ਵਿੱਚ ਅਕਸਰ ਪੁੱਛ ਲਿਆ ਜਾਂਦਾ ਹੈਗਾ ਇਸ ਕੁਐਸਚਨ ਦੇ ਉੱਤੇ। ਇਹਦੇ ਉੱਤੇ ਇੱਕ ਕੁਐਸਚਨ ਆਉਂਦਾ ਹੈਗਾ। ਥੈਂਕ ਯੂ ਬੇਟਾ।